ਬਿਰਹਾ ਮਚ ਮਚਾਇਆ ਵਿੱਚੋਂ ਇੱਕ ਕਹਾਣੀ ਹੈ ਲਾ ਤਾਲੁਕੀ। ਕਈ ਵਾਰੀ ਕੋਈ ਗੱਲ ਜ਼ਿਹਨ ਵਿੱਚ ਖੁੱਭੀ ਜਾਂਦੀ ਏ, ਸੋਚ ਸੋਚ ਕੇ ਬੰਦਾ ਪੁੱਠਾ ਹੋ ਜਾਂਦਾ, ਪਰ ਸਿਰ ਪੈਰ ਨਹੀਂ ਲੱਭਦਾ। ਇਖਤਿਆਰ ਵਾਲਾ ਵੀ ਬੇਵਸ ਤੇ ਬੇਇਖਤਿਆਰਾ ਵੀ ਲਾਚਾਰ। ਸੋਚਾਂ ਤੋਂ ਜਾਨ ਛਡਾਉਣੀ ਔਖੀ ਹੋ ਜਾਵੇ ਤੇ ਜੀਵਨ ਭਾਰਾ ਲੱਗਣ ਲੱਗ ਪੈਂਦਾ। ਅੱਜ ਤੇ ਇੱਕ ਭੁੱਲੀ ਸੋਚ ਮੈਨੂੰ ਕੰਡ ਭਰਨੇ ਸੁੱਟ ਕੇ ਮੇਰੇ ਸੀਨੇ ਤੇ ਚੜ ਬੈਠੀ। ਸੁਪਨਿਆਂ ਦਾ ਗਲਾ ਘੁੱਟਦੀ ਹੋਰੇ ਕੀ ਚਾਹੁੰਦੀ ਏ। 8 ਅਕਤੂਬਰ ਦੇ ਖੌਫਨਾਕ ਜ਼ਲਜ਼ਲੇ ਬਾਰੇ ਡਾਕੂਮੈਂਟਰੀ ਬਣਾਉਣ ਲਈ ਮੁਜ਼ੱਫਰਾਬਾਦ ਜਾ ਰਿਹਾ ਸਾਂ। ਆਪਣੀ ਗੱਡੀ ਨੂੰ ਇੰਨੀ ਦੂਰ ਤੇ ਔਖੇ ਪੈਂਡੇ ਤੇ ਲੈ ਜਾਣਾ ਪਾਗਲਪਨ ਤੇ ਟੀਵੀ ਦੀ ਗੱਡੀ ਨਾਲ ਪੂਰੀ ਟੀਮ ਨੇ ਆਉਣਾ ਸੀ। ਮੈਂ ਪਹਿਲੋਂ ਜਾ ਕੇ ਕੁਝ ਕੰਮ ਕਰਨੇ ਸਨ, ਇਸ ਲਈ ਕੋਚ ਤੇ ਨਿਕਲ ਪਿਆ। ਸਫ਼ਰ ਬਹੁਤ ਦੁੱਖ ਭਰਿਆ ਸੀ। ਕੋਚ ਵਿੱਚ ਬੈਠਾ ਹਰ ਬੰਦਾ ਹੀ ਬੁਝਿਆ ਹੋਇਆ ਸੀ। ਮੈਂ ਵੀ ਉਦਾਸੀ ਦੀ ਬੁੱਕਲ ਮਾਰ ਕੇ ਸੀਟ ਤੇ ਬੈਠਾ ਸਾਂ। ਆਲ ਦੁਆਲੇ ਤੋਂ ਕੋਈ ਬੇਪਰਵਾਹ। ਪਿਛਲੇ ਕੁਝ ਦਿਨ ਜੋ ਦੁੱਖ ਵਾਲੇ ਮੰਜ਼ਰ ਮੇਰੀਆਂ ਅੱਖਾਂ ਟੀਵੀ ਤੇ ਵੇਖੇ ਸਨ, ਹੁਣ ਮੈਂ ਉਹਨਾਂ ਨੂੰ ਨੇੜੇ ਤੋਂ ਵੇਖਣਾ ਸੀ। ਸੋਚਦਾ ਸੋਚਦਾ ਹੋਰੇ ਕਿੱਥੇ ਜਾ ਪੜਿਆ। ਫਿਰ ਮੈਂ ਆਪਣੇ ਆਪ ਤੋਂ ਵੀ ਨਿਖੜ ਗਿਆ ਜਾਂ ਓਲੇ ਹੋ ਗਿਆ। ਕਦੀ ਕਦੀ ਕੋਈ ਜਦ ਅਜਿਹਾ ਪਲ ਮੱਥਾ ਲਾ ਲਵੇ ਜਿਹਦੇ ਹੱਥੋਂ ਬੰਦਾ ਆਪਣੀ ਹਸਤੀ ਭੁੱਲਣ ਲੱਗ ਪਵੇ, ਤਾਂ ਕਿਸੇ ਮੰਜ਼ਰ ਜਾਂ ਪਿਛੋਕੜ ਦੀਆਂ ਯਾਦਾਂ ਵਿੱਚ ਪਨਾਹ ਲੈਣੀ ਪੈਂਦੀ ਏ। ਜ਼ਾਤ ਤੋਂ ਬਾਹਰ ਹਿਜਰਤ ਦਾ ਸਫ਼ਰ ਵੀ ਅੰਦਰ ਵੱਲੋਂ ਦਿੱਤਾ ਗਿਆ ਹੁਕਮ ਹੁੰਦਾ ਏ। ਖੌਰੇ ਐਸੇ ਤਰ੍ਹਾਂ ਅਸੀਂ ਕੁਝ ਪਲ ਕਿਸੇ ਵੱਡੇ ਦੁੱਖ ਤੋਂ ਛੁਟਕਾਰਾ ਪਾ ਲੈਂਦੇ ਹਾਂ। ਚੰਗੇ ਨਜ਼ਾਰੇ ਸਫ਼ਰ ਵੇਲੇ ਇਨਸਾਨ ਦੇ ਖਿਆਲਾਂ ਨੂੰ ਉੱਥੇ ਲੈ ਜਾਂਦੇ ਨੇ ਜਿੱਥੇ ਬੰਦਾ ਆਪ ਕਦੀ ਵੀ ਨਹੀਂ ਅੱਪੜ ਸਕਦਾ। ਖਿਆਲਾਂ ਦੀ ਇੱਕ ਲੰਮੀ ਚੌੜੀ ਦੁਨੀਆ 'ਚ ਪੈਰ ਧਰਦਿਆਂ ਹੀ ਨਵੇਂ ਰੰਗ ਫੁੱਟਣ ਲੱਗ ਪੈਂਦੇ ਨੇ। ਸਫੇਦੇ ਦੇ ਲੰਮੇ ਲੰਮੇ ਰੁੱਖਾਂ ਨੂੰ ਨਸਦਿਆਂ ਵੇਖ ਕੇ ਮੇਰਾ ਤਖਯਲ ਵੀ ਦੌੜਨ ਲੱਗ ਪਿਆ। ਤੇਜ਼ ਹਵਾ ਨਾਲ ਦੁੱਖ ਤੇ ਉਦਾਸੀ ਦੀ ਬੁੱਕਲ ਲੈ ਗਈ ਤੇ ਮੈਂ ਸਟੂਡੀਓ ਵਿੱਚ ਜਾ ਖਲੋਤਾ। ਮੈਂ ਵੇਖਿਆ ਮੇਰੇ ਸਿਰ ਤੇ ਕਈ ਹਜ਼ਾਰ ਵਾਟ ਦਾ ਬਲਬ ਬਲਦਾ ਪਿਆ ਸੀ ਤੇ ਹਰ ਸ਼ੈ ਲਿਸ਼ਕ ਰਹੀ ਹੈ। ਛੇਤੀ ਛੇਤੀ ਮੰਜ਼ਰ ਫਿਲਮਾਏ ਜਾ ਰਹੇ ਸਨ। ਸਭ ਕੁਝ ਬੜੇ ਚੰਗੇ ਵਿਹਾਰ ਨਾਲ ਹੋ ਰਿਹਾ ਸੀ। ਮੈਂ ਵੇਖਿਆ ਮੇਰੇ ਸਿਰ ਤੇ ਕਈ ਹਜ਼ਾਰ ਵਾਟ ਦਾ ਬਲਬ ਬਲਦਾ ਪਿਆ ਏ ਤੇ ਹਰ ਸ਼ੈ ਲਿਸ਼ਕ ਰਹੀ ਏ। ਛੇਤੀ ਛੇਤੀ ਮੰਜ਼ਰ ਫਿਲਮਾਏ ਜਾ ਰਹੇ ਨੇ। ਸਭ ਕੁਝ ਬੜੇ ਚੰਗੇ ਵਿਹਾਰ ਨਾਲ ਹੋ ਰਿਹਾ ਸੀ। ਇੱਕ ਵੀ ਰੀਟੇਕ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹ ਮੰਜ਼ਰ ਉਂਝ ਬੜੇ ਸੋਹਣੇ ਸਨ, ਪਰ ਕੈਮਰੇ ਦੀ ਅੱਖ ਨਾਲ ਹੋਰ ਚੰਗੇ ਲੱਗ ਰਹੇ ਸਨ ਤੇ ਇਹ ਕੈਮਰਾ ਮੇਰੇ ਹੱਥ ਵਿੱਚ ਨਹੀਂ, ਮੇਰੀਆਂ ਅੱਖਾਂ ਵਿੱਚ ਫਿੱਟ ਸੀ। ਮੈਂ ਲਾਹੌਰ ਵਾਲੇ ਸਟੂਡੀਓ ਬਾਰੇ ਸੋਚਣ ਲੱਗ ਪਿਆ। ਬਨਾਵਟੀ ਰੋਸ਼ਨੀਆਂ ਤੇ ਸੈੱਟ ਕਿੰਨਾ ਟਾਈਮ ਲੈ ਜਾਂਦੇ ਨੇ। ਪ੍ਰੋਗਰਾਮ ਰਿਕਾਰਡ ਹੋਣ ਤੋਂ ਲੈ ਕੇ ਆਨ ਏਅਰ ਜਾਣ ਤੱਕ ਸਾਰੇ ਕਾਮਿਆਂ ਦੀ ਨਸ ਭੱਜ ਵੱਖਰੀ। ਇਹ ਇੰਨਾ ਵੱਡਾ ਸੈੱਟ ਏ, ਵਡਿਆਈ ਤੇ ਬਣਦੀ ਏ। ਸਮੁੰਦਰ, ਦਰਿਆ, ਪਹਾੜ, ਮੈਦਾਨ, ਫਸਲਾਂ, ਫਲ ਫੁੱਲ ਤੇ ਸਭ ਕੁਝ ਹੀ ਰੱਖਿਆ ਹੋਇਆ ਹੈ। ਕਿੰਨੀ ਵਡਿਆਈ ਕਰਾਂ ਤੇ ਕਿੰਨਾ ਚਿਰ ਵਡਿਆਈ ਕਰਾਂ। ਨਕਲ ਕਰਨ ਵਾਲਾ ਅਸਲ ਦੇ ਸਾਹਮਣੇ ਹੀਣਾ ਹੋ ਜਾਂਦਾ ਹੈ। ਅਸਲ ਬਣਾਉਣ ਦਾ ਮਾਦਾ ਸਾਡੇ ਵਿੱਚ ਕਿੱਥੇ? ਸਾਡਾ ਪਰਛਾਵਾਂ ਤੇ ਕਿਸੇ ਨਾ ਕਿਸੇ ਥਾਂ ਮੌਜੂਦ ਸ਼ੈ ਦੇ ਨਾਲ ਮਿਲਦਾ ਹੈ ਜਾਂ ਉਹਦੀ ਵਰਗੀ ਫੋਟੋ ਬਣਾਉਣ ਦਾ ਆਰ ਹੈ। ਜਿਸ ਤਰ੍ਹਾਂ ਸ਼ੀਸ਼ਾ ਸ਼ੈ ਵਰਗਾ ਪਰਛਾਵਾਂ ਵਿਖਾਉਂਦਾ ਹੈ, ਇਹ ਪਰਛਾਵਾਂ ਅਸਲ ਤੇ ਨਹੀਂ, ਅਸਲ ਦੀ ਮੂਰਤ ਹੈ, ਪਰ ਅਸਲ ਦੀ ਮੁਥਾਜ ਹੈ। ਜੇ ਅਸਲ ਸ਼ੀਸ਼ੇ ਸਾਹਮਣਿਓਂ ਪਿਛਾਂ ਹਟ ਜਾਏ ਤੇ ਪਰਛਾਵਾਂ ਵੀ ਗਾਇਬ। ਇਹ ਕਾਇਨਾਤ ਵੀ ਇੰਝ ਹੀ ਹੈ। ਵੇਖਣ ਵਾਲੀ ਨਜ਼ਰ ਸ਼ੀਸ਼ੇ ਦੇ ਆਰ ਪਾਰ ਵੇਖ ਲੈਂਦੀ ਏ। ਉਹਨੂੰ ਅਕਸ ਦੇ ਨਾਲ ਨਾਲ ਅਸਲ ਤੇ ਤਖਲੀਕ ਵਿੱਚ ਖਾਲਕ ਦੀ ਝਲਕ ਨਜ਼ਰ ਆਉਂਦੀ ਏ। ਹਜ਼ਾਰਾਂ ਵਰਿਆਂ ਦਾ ਪੰਧ ਕਰਨ ਮਗਰੋਂ ਵੀ ਬੰਦਾ
इलम ते मार्फत दी उतली पौड़ी तिकर पढ़ नहीं सकिया। ਉਹ ਜੁੱਸੇ ਦੀ ਕੈਦ ਤੇ ਲੋੜਵੰਦ ਸ਼ੈਵਾਂ ਦੇ ਜਾਲ ਵਿੱਚ ਇੰਜ ਫਾਤਾ ਹੋਇਆ ਏ ਕਿ ਆਪਣੇ ਆਪ ਨੂੰ ਲੱਭਣ ਤੇ ਸਮਝਣ ਦੀ ਉਹਨੂੰ ਵੇਲ ਹੀ ਨਹੀਂ। ਜੇ ਉਹ ਸਮਝ ਲਵੇ ਤੇ ਆਪੇ ਵੱਡਾ ਹੋ ਜਾਵੇ, ਪਰ ਕੀ ਕਰੇ? ਅੱਗ ਪਾਣੀ ਮਿੱਟੀ ਹਵਾ ਦੀ ਜਕੜ ਪਕੜ ਬਹੁਤ ਤਗੜੀ ਏ। ਸਦੀਆਂ ਪਹਿਲੋਂ ਅਫਲਾਤੂਨ ਨੇ ਦੱਸ ਦਿੱਤਾ ਸੀ ਕਿ ਸੁੰਘਣ ਚੱਖਣ ਦੀਆਂ ਸੰਗਲੀਆਂ ਤਰੋੜ ਕੇ ਬੰਦਾ ਜਗ ਦੇ ਖਾਲਿਕ ਤਾਈਂ ਅੱਪੜ ਸਕਦਾ ਹੈ। ਅਸੀਂ ਇਹਨਾਂ ਜ਼ੰਜੀਰਾਂ ਤੇ ਸੰਗਲੀਆਂ ਨੂੰ ਆਪ ਹੀ ਪੀੜਾ ਕਰਦੇ ਰਹਿੰਦੇ ਹਾਂ, ਉਹਨਾਂ ਦੀਆਂ ਗੰਢਾਂ ਕੱਸਦੇ ਰਹਿੰਦੇ ਹਾਂ, ਜਗ ਦੀਆਂ ਕੰਧਾਂ ਚੋਂ ਨਿਕਲ ਕੇ ਮੋਕਲੇ ਵਿਹੜੇ ਵੱਲ ਧਿਆਨ ਹੀ ਨਹੀਂ ਕਰਦੇ। ਜਗ ਦੀਆਂ ਕੰਧਾਂ ਚੋਂ ਨਿਕਲ ਕੇ ਕਾਇਨਾਤ ਦੇ ਮੋਕਲੇ ਵਿਹੜੇ ਵੱਲ ਧਿਆਨ ਹੀ ਨਹੀਂ ਕਰਦੇ। ਅੱਖ ਦੀ ਹੱਦੋਂ ਅੱਗੇ ਸੋਚਦੇ ਹੀ ਨਹੀਂ। ਸਗੋਂ ਅਕਲ ਨੇ ਜਿਹੜੀਆਂ ਕੰਧਾਂ ਉਸਾਰ ਕੇ ਹੱਦਾਂ ਬਣਾਈਆਂ ਨੇ, ਅਸੀਂ ਉਹਨਾਂ ਦੀ ਰਾਖੀ ਤੇ ਲੱਗੇ ਹਾਂ। ਇਹ ਬੰਦੇ ਦੀ ਵਡਿਆਈ ਤੇ ਨਹੀਂ ਕਿ ਆਪਣੀ ਹਸਤੀ ਦੇ ਇੱਕ ਹਿੱਸੇ ਦੀ ਪਾਲਣਾ ਕਰਦਾ ਹੋਵੇ ਤੇ ਦੂਜੇ ਨੂੰ ਹੁੱਕਾ ਹੀ ਭੁੱਲ ਜਾਏ, ਜਿਹੜਾ ਸਾਨੂੰ ਅਸਲੀ ਗੱਲ ਦੱਸੇ, ਸਾਡੀ ਤੀਜੀ ਅੱਖ ਅੰਦਰ ਚਾਨਣ ਧਰੇ। ਮੈਂ ਮੰਜ਼ਰ ਦਾ ਹਿੱਸਾ ਬਣ ਕੇ ਹੋਰੇ ਕਿੱਥੇ ਟੁਰ ਗਿਆ ਸਾਂ, ਹੋਰੇ ਇਸ ਦੁਨੀਆ ਦੇ ਉਸ ਤਸੱਵੁਰ ਵਿੱਚ ਜਿਹੜਾ ਮੇਰੀ ਵਡਿਆਈ ਦਾ ਕਾਰਨ ਹੈ। ਪਰ ਹਸਤੀ ਦੀਆਂ ਜ਼ਾਹਿਰੀ ਭੁੱਖਾਂ ਤੇ ਵਿਜਦਾਨ ਦੀ ਖਿੱਚ ਧਰੋ ਲੱਗੀ ਰਹਿੰਦੀ ਏ। ਮੈਂ ਵਿਜਦਾਨ ਵੱਲ ਟੁੱਕਣ ਲੱਗਾ ਸਾਂ ਕਿ ਹਵਾਸ ਨੇ ਮੇਰੀ ਰੱਸੀ ਖਿੱਚ ਕੇ ਫਿਰ ਮੈਨੂੰ ਕੋਚ ਦੀ ਸੀਟ ਤੇ ਬਿਠਾ ਦਿੱਤਾ। ਮੈਂ ਆਲ ਦੁਆਲੇ ਵੇਖਣ ਲੱਗ ਪਿਆ। ਹਰ ਬੰਦਾ ਸਹਿਮਿਆ ਲੱਗ ਰਿਹਾ ਸੀ। ਪਰ ਇਹ ਕੌਣ ਏ? ਸਾਹਮਣੇ ਸੀਟ ਤੇ ਬੈਠੀ ਕੁੜੀ ਨੂੰ ਵੇਖ ਕੇ ਮੇਰੀ ਸੋਚ ਉਥਲ ਪੁਥਲ ਹੋ ਗਈ। ਖੋਰੇ ਆਪਣੇ ਪੇਸ਼ੇ ਨਾਲ ਗੂੜੀ ਜੁੜਤ ਵਜੋਂ ਹਰ ਘੜੀ ਆਦਤਨ ਜਾਂ ਇਰਾਦਤਨ ਮੇਰੇ ਧਿਆਨ ਦੀ ਅੱਖ ਕਿਸੇ ਨਾ ਕਿਸੇ ਮੰਜ਼ਰ ਜਾਂ ਸ਼ੈ ਨਾਲ ਖਿੰਦੀ ਰਹਿੰਦੀ ਏ। ਹੋਰੇ ਮੈਂ ਆਪਣੇ 8 ਘੰਟਿਆਂ ਦੇ ਕੰਮ ਨੂੰ ਫੁੱਲ ਟਾਈਮ ਸਿਰ ਤੇ ਸਵਾਰ ਕੀਤਾ ਹੋਇਆ ਏ। ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਪਿਛੋਕੜ ਦੀ ਬਾਰੀ ਚੋਂ ਪਿਛਾਂ ਰਹਿ ਜਾਣ ਵਾਲੇ ਵੇਲੇ ਬਾਰੇ ਕੋ ਕਰਦਾ ਰਿਹਾ। ਉਹ ਕੁੜੀ ਖਿਆਲਾਂ ਦੇ ਥਲਾਂ ਵਿੱਚ ਭੱਜਦੀ ਤੇ ਗਵਾਚੀ ਹੋਈ ਸਮਝੋ ਗੁੰਮਸ਼ੁਦਾ ਦਾ ਇਸ਼ਤਿਹਾਰ ਬਣੀ ਬੈਠੀ ਸੀ। ਉਹ ਕੁੜੀ ਖਿਆਲਾਂ ਦੇ ਥਲਾਂ ਵਿੱਚ ਭੱਜਦੀ ਤੇ ਗਵਾਚੀ ਹੋਈ ਗੁੰਮਸ਼ੁਦਾ ਸ਼ੈ ਦਾ ਇਸ਼ਤਿਹਾਰ ਬਣੀ ਬੈਠੀ ਸੀ। ਲੱਗਦਾ ਸੀ ਤਪਦੀ ਰੇਤ ਤੇ ਨੰਗੇ ਪੈਰ ਨਸ ਕੇ ਡਾਢੀ ਥੱਕੀ ਹੋਈ। ਇਹ ਥੱਕਣ ਨਸ ਭੱਜਦੀ ਨਹੀਂ, ਸਗੋਂ ਮਨ ਦੀ ਮੁਰਾਦ ਨਾ ਮਿਲਣ ਪਾਰੋਂ ਸੀ। ਕਿਉਂ ਜੇ ਉਹਦੇ ਮੁਖ ਤੇ ਕਣੇ ਗਮ ਦੇ ਬੱਦਲ ਖਿਲਰੇ ਹੋਏ ਸਨ। ਆਪਣੇ ਹੋਠ ਕੱਟਣ ਲੱਗ ਪੈਂਦੀ ਤੇ ਕਦੀ ਉਹਦੇ ਮੱਥੇ ਤੇ ਤਿਉੜੀਆਂ ਡੂੰਘੀਆਂ ਹੋਣ ਲੱਗਦੀਆਂ। ਆਲ ਦਵਾਲ ਤੋਂ ਉੱਕਾ ਲਾ ਤਾਲੂ ਕਿਸੇ ਹੋਰ ਦੁਨੀਆ ਵਿੱਚ ਸਫ਼ਰ ਕਰ ਰਹੀ ਸੀ। ਹੁਣੇ ਮੇਰੀ ਤਖਯਲ ਦੀ ਪਰਵਾਜ਼ ਵੀ ਲੈਂਡ ਕੀਤੀ ਸੀ ਤੇ ਮੈਂ ਵੀ ਜਹਾਜ਼ ਨਾਲੋਂ ਬਹੁਤਾ ਤੇਜ਼ ਦੌੜ ਕੇ ਆਇਆ ਸਾਂ। ਇੱਕੋ ਵੇਲੇ ਕਿਸੇ ਬੰਦੇ ਨੂੰ ਦੋ ਥਾਵਾਂ ਸਗੁਜਾਨਾਂ ਵਿੱਚ ਵੇਖਣਾ ਬਹੁਤ ਵੱਖਰਾ ਤਜਰਬਾ ਹੁੰਦਾ ਹੈ। ਉਹਦੀ ਪਰੇਸ਼ਾਨੀ ਤੇ ਉਹਦੇ ਤਿੱਕਰ ਸੀ, ਪਰ ਮੇਰੀ ਪਰੇਸ਼ਾਨੀ ਇਹ ਸੀ ਕਿ ਮੇਰੀਆਂ ਨਜ਼ਰਾਂ ਉਹਦੇ ਮੁਖ ਤੋਂ ਹਟ ਹੀ ਨਹੀਂ ਰਹੀਆਂ ਸਨ। ਇਹਦਾ ਕਾਰਨ ਇਹ ਉੱਕਾ ਨਹੀਂ ਸੀ ਕਿ ਉਹ ਬਹੁਤ ਸੋਹਣੀ ਸੀ ਜਾਂ ਉਹਦੀ ਸੂਰਤ ਵਿੱਚ ਕੋਈ ਜਾਦੂ ਸੀ ਜਿਹੜਾ ਮੈਨੂੰ ਉਹਦੇ ਵੱਲ ਖਿੱਚ ਰਿਹਾ ਸੀ। ਨਾ ਹੀ ਕੋਈ ਹੋਰ ਸਿਫਤ ਮੈਨੂੰ ਉਹਦੇ ਵਿੱਚ ਦਿਸ ਰਹੀ ਸੀ। ਉਹਦੇ ਨੈਣ ਨਕਸ਼ ਬਸ ਆਮ ਜੇ ਸਨ, ਪਰ ਕੋਈ ਖਾਸ ਗੱਲ ਹੈ ਤੇ ਜ਼ਰੂਰ ਸੀ ਜਿਹਨੇ ਮੇਰੇ ਧਿਆਨ ਨੂੰ ਬੰਨਿਆ ਹੋਇਆ ਸੀ। ਆਖਦੇ ਨੇ ਹੁਸਨ ਵੇਖਣ ਵਾਲੇ ਦੀ ਅੱਖ ਵਿੱਚ ਆਉਂਦਾ ਏ, ਪਰ ਮੇਰੀਆਂ ਅੱਖਾਂ ਤੇ ਮੇਰਾ ਦਿਲ ਉਸ ਵੇਲੇ ਹੁਸਨ ਤੇ ਮੁਹੱਬਤ ਦੇ ਅਹਿਸਾਸ ਤੋਂ ਪਰੇਰੇ ਸਨ। ਫੇਰ ਕੀ ਗੱਲ ਸੀ? ਬੜਾ ਚਿਰ ਦਿਮਾਗ ਖਪਾਉਣ ਮਗਰੋਂ ਮੇਰੇ ਚੇਤੇ ਦੀ ਬਾਰੀ ਨਾ ਖੁੱਲੀ ਤੇ ਮੈਂ ਜਾਣੂ ਨਾ ਹੋ ਸਕਿਆ ਕਿ ਉਹਨੂੰ ਕਿੱਥੇ ਮਿਲ ਚੁੱਕਿਆ। ਮੈਨੂੰ ਇਹ ਪੱਕ ਹੋ ਗਿਆ ਕਿ ਉਹਦੇ ਨਾਲ ਮੇਰਾ ਕੋਈ ਗੂੜਾ ਸੰਬੰਧ ਜ਼ਰੂਰ ਰਿਹਾ ਹੈ। ਖੌਰੇ ਯਾਰਾਨਾ ਰਿਹਾ ਹੋਵੇ। ਮੈਂ ਹਰ ਤਰ੍ਹਾਂ ਕੋਸ਼ਿਸ਼ ਕੀਤੀ
ਕਿ ਕੋਈ ਪਛਾਣ ਦੀ ਘੜੀ ਜ਼ਿਹਨ ਦੇ ਰਿਕਾਰਡ ਰੂਮ ਤੋਂ ਲੱਭ ਸਕਾਂ, ਪਰ ਰਿਕਾਰਡ ਰੂਮ ਤਿਕਰ ਅੱਪੜ ਨਾ ਹੋਇਆ। ਕਈ ਵਾਰੀ ਅਸੀਂ ਕਿਸੇ ਮੁੱਖ ਵਿੱਚ ਆਪਣੇ ਯਾਰ ਦੀ ਝਲਕ ਵੇਖ ਕੇ ਉਹਦੇ ਨਾਲ ਜੁੜਤ ਬਣਾ ਲੈਂਦੇ ਹਾਂ, ਪਰ ਇੱਥੇ ਅਜਿਹਾ ਕੋਈ ਰੰਗ ਵੀ ਨਜ਼ਰੀ ਨਹੀਂ ਆ ਰਿਹਾ ਸੀ। ਮੇਰੀ ਹਯਾਤੀ ਵਿੱਚ ਕਿਸੇ ਚਾਹਤ ਦਾ ਵਜੂਦ ਹੀ ਨਹੀਂ ਸੀ, ਤੇ ਫਿਰ ਉਹਦੇ ਨਾਲ ਕਿਹੜੀ ਸਾਂਝ। ਬੜਾ ਚਿਰ ਹੋਇਆ ਫਿੱਕੀ ਮਜਬੂਰੀ ਵਾਲੀ ਹਯਾਤੀ ਗੁਜ਼ਾਰਿਆ। ਲੋਕ ਆਖਦੇ ਨੇ ਮੁਹੱਬਤ ਤੂੰ ਬਾਂਝ ਹਯਾਤੀ ਤੇ ਹੋਰੇ ਜਾਨਵਰਾਂ ਤੋਂ ਭੈੜੀ ਹੁੰਦੀ ਏ। ਬੜਾ ਚਿਰ ਹੋਇਆ ਫਿੱਕੀ ਮਜਬੂਰੀ ਵਾਲੀ ਹਯਾਤੀ ਗੁਜ਼ਾਰਿਆ। ਲੋਕ ਆਖਦੇ ਨੇ ਮੁਹੱਬਤ ਤੋਂ ਬਾਝ ਹਯਾਤੀ ਤੇ ਹੋਰੇ ਜਾਨਵਰਾਂ ਤੋਂ ਭੈੜੀ ਹੁੰਦੀ ਏ। ਮੈਂ ਸਮਝਣਾ ਇਹ ਹਵਾਨਾ ਨਾਲ ਬਹੁਤ ਜ਼ਿਆਦਤੀ ਏ। ਉਹ ਤੇ ਆਪੋ ਵਿੱਚ ਮਸਤ ਰਹਿੰਦੇ ਨੇ, ਉਹਨਾਂ ਨੂੰ ਖੁਰਾਕ ਦੀ ਭਾਲ ਹੁੰਦੀ ਏ, ਨਾਲੇ ਜਨੌਰਾਂ ਦੀ ਹਯਾਤੀ ਦੇ ਆਪਣੇ ਅਸੂਲ ਤੇ ਕਾਨੂੰਨ ਹੁੰਦੇ ਨੇ। ਉਹ ਉਸੇ ਵਿੱਚ ਖੁਸ਼ਕ ਨੇ, ਉਹ ਉਸੇ ਵਿੱਚ ਖੁਸ਼ ਰਹਿੰਦੇ ਨੇ, ਜਦ ਕਿ ਮੈਂ ਤੇ ਖੁਸ਼ੀ ਤੇ ਦੁੱਖ ਦੇ ਵਿਚਕਾਰਲੀ ਕਿਸੇ ਮੰਜ਼ਿਲ ਤੇ ਰੁਕਿਆ ਹੋਇਆ ਸਾਂ। ਨਾ ਖੁੱਲ੍ਹ ਕੇ ਹੱਸ ਸਕਦਾ ਸਾਂ, ਨਾ ਹੀ ਜੀ ਭਰ ਕੇ ਰੋ ਸਕਦਾ ਸਾਂ। ਆਪਣੀਆਂ ਸਦਰਾਂ ਤੇ ਆਸਾਂ ਦੀ ਮੁੰਡੀ ਘੁੱਟ ਕੇ ਜਬਰ ਨਾਲ ਸਬਰ ਕੀਤਾ ਬੈਠਾ ਸਾਂ। ਹੋਰੇ ਮੇਰੇ ਮਨ ਦੀ ਮੁਰਾਦ ਕੀ ਸੀ? ਉਹਨੇ ਵੀ 2-1 ਵਾਰੀ ਮੇਰੇ ਵੱਲ ਵੇਖਿਆ, ਪਰ ਉਹਦੀ ਨਜ਼ਰ ਵਿੱਚ ਪੱਕਾ ਉਪਰਾਪਨ ਸੀ, ਜਿਹਨੇ ਮੈਨੂੰ ਹੋਰ ਪਰੇਸ਼ਾਨ ਕਰ ਦਿੱਤਾ। ਕੁਝ ਚਿਰ ਲਈ ਕੋਚ ਰੁਕੀ। ਸਾਰੇ ਲੋਕੀ ਗੁਸਲਖਾਨੇ ਤੋਂ ਹੋ ਕੇ ਚਾਹ ਦੀ ਮੇਜ਼ ਦੁਆਲੇ ਬਹਿ ਗਏ ਤੇ ਗੱਪਸ਼ਪ ਵਿੱਚ ਰੁੱਝ ਗਏ, ਪਰ ਇੱਥੇ ਵੀ ਮੈਂ ਉਹਨੂੰ ਹੀ ਧਿਆਨ ਵਿੱਚ ਰੱਖਿਆ ਹੋਇਆ ਸੀ। ਤੁਸੀਂ ਇਹ ਸਮਝੋ ਉਹਦੇ ਤੇ 50 ਮਿੰਟ ਦਾ ਸੀਰੀਅਲ ਸ਼ੂਟ ਕਰ ਰਿਹਾ ਸਾਂ। ਤੁਸੀਂ ਇਹ ਸਮਝੋ ਉਹਦੇ ਤੇ 50 ਮਿੰਟ ਦਾ ਡਰਾਮਾ ਸ਼ੂਟ ਕਰ ਰਿਹਾ ਸਾਂ। ਮੇਰੀ ਨਜ਼ਰ ਦੇ ਕੈਨਵਸ ਤੇ ਸਿਰਫ ਉਹ ਹੀ ਖਲੋਤੀ ਹੋਈ ਸੀ। ਲੱਗਦਾ ਸੀ ਉਹ ਕਿਸੇ ਤੋਂ ਛੁਪ ਰਹੀ ਏ। ਕਿਹਦੇ ਤੋਂ ਛੁਪ ਰਹੀ ਏ? ਕੌਣ ਦੱਸੇ? ਉਹਦਾ ਮਸਲਾ ਤੇ ਜੋ ਹੋਵੇ ਸੋ ਹੋਵੇ, ਪਰ ਮੇਰਾ ਮਸਲਾ ਹੱਲ ਹੋਣਾ ਚਾਹੀਦਾ। ਇਸ ਫਿਕਰ ਵਿੱਚ ਸਾਰਾ ਸਫ਼ਰ ਲੰਘ ਗਿਆ ਤੇ ਮੈਂ ਕੋਈ ਅਜਿਹਾ ਵੇਲਾ ਯਾਦ ਨਾ ਕਰ ਸਕਿਆ ਜੋ ਉਹਦੇ ਨਾਲ ਜੁੜਿਆ ਹੋਵੇ। ਜਦੋਂ ਗੱਡੀ ਮੰਜ਼ਿਲ ਤੇ ਰੁਕਣ ਲੱਗੀ ਤੇ ਮੇਰੇ ਜ਼ਿਹਨ ਵਿੱਚ ਇੱਕਦਮ ਧਮਾਕਾ ਹੋਇਆ। ਯਾਦਾਂ ਦਾ ਸਾਇਰਨ ਵੱਜਣ ਲੱਗ ਪਿਆ। ਕਿਸੇ ਉੱਚੀ ਜਿਹੀ ਆਖਿਆ, ਉਹ ਨਿਮਰਨ ਹੈ। ਬੇਇਖਤਿਆਰੀ ਵਿੱਚ ਉਹਦਾ ਨਾਂ ਲੈਂਦੇ ਹੋਏ ਮੈਂ ਬਿਜਲੀ ਵਾਂਗੂ ਛੇਤੀ ਨਾਲ ਉਹਦੇ ਵੱਲ ਵਧਿਆ ਤੇ ਬਿਨਾਂ ਸੋਚੇ ਬੜੇ ਨਿੱਘ ਨਾਲ ਆਪਣਾ ਹੱਥ ਉਹਦੇ ਵੱਲ ਵਧਾ ਦਿੱਤਾ। ਉਹਨੇ ਡਰੀ ਸਹਿਮੀ ਤੇ ਓਪਰੀ ਨਜ਼ਰ ਨਾਲ ਮੈਨੂੰ ਵੇਖਿਆ ਤੇ ਪਛਾਣਨ ਤੋਂ ਇਨਕਾਰ ਕਰਦਿਆਂ ਬੇਜ਼ਾਰੀ ਜ਼ਾਹਿਰ ਕੀਤੀ। ਸਾਰੇ ਲੋਕ ਮੇਰਾ ਵਧਿਆ ਹੋਇਆ ਹੱਥ ਵੇਖ ਰਹੇ ਸਨ। ਮੈਂ ਕਦੀ ਕਿਸੇ ਜ਼ਨਾਨੀ ਨਾਲ ਹੱਥ ਨਹੀਂ ਮਿਲਾਇਆ ਤੇ ਨਾ ਹੀ ਮੇਰਾ ਕੋਈ ਇਰਾਦਾ ਸੀ ਕਿ ਮੈਂ ਉਹਦਾ ਹੱਥ ਫੜਾਂ, ਪਰ ਇਹ ਤੇ ਯਾਦ ਆਉਣ ਵਾਲੇ ਲਮੇ ਦਾ ਪੁਰਜੋਸ਼ ਇਜ਼ਹਾਰ ਸੀ। ਮੈਂ ਉਹਨੂੰ ਦੱਸਿਆ, ਮੈਂ ਸ਼ਾਇਆਨ ਹਾਂ, ਟੀਵੀ ਦਾ ਸੀਨੀਅਰ ਪ੍ਰੋਡਿਊਸਰ। ਉਹਨੇ ਨਫ਼ਰਤ ਨਾਲ ਮੇਰੇ ਵੱਲ ਵੇਖਿਆ ਤੇ ਬਿਨਾਂ ਜਵਾਬ ਦਿੱਤੇ ਛੇਤੀ ਕੋਚ ਤੋਂ ਥੱਲੇ ਲੈ ਗਏ। ਮੈਂ ਤੇ ਮਰ ਮੁੱਕ ਗਿਆ। ਉਹਦੇ ਵਿਹਾਰ ਨੇ ਹੈਰਾਨ ਕਰ ਛੱਡਿਆ। ਪੈਰ ਚੁੱਕਣ ਦੀ ਹਿੰਮਤ ਨਾ ਰਹੀ। ਖਾਮੋਸ਼ੀ ਤੇ ਨਮੋਸ਼ੀ ਨਾਲ ਖਲੋਤਾ ਰਿਹਾ। ਉਤਰਨ ਵਾਲੇ ਮੁਸਾਫਰਾਂ ਦੇ ਧੱਕੇ ਪਏ ਤੇ ਮੈਂ ਵੀ ਥੱਲੇ ਲੈ ਆਇਆ। ਕੰਡਕਟਰ ਮੇਰਾ ਸਮਾਨ ਮੇਰੇ ਕੋਲ ਰੱਖ ਕੇ ਮੈਨੂੰ ਕੁਝ ਆਖਦਾ ਰਿਹਾ, ਪਰ ਮੈਂ ਕਦੋਂ ਕੁਝ ਸੁਣ ਰਿਹਾ ਸਾਂ। ਮੈਂ ਤੇ ਆਪਣੀ ਬੇਇੱਜ਼ਤੀ ਨੂੰ ਹਜ਼ਮ ਹੀ ਨਹੀਂ ਕਰ ਪਾ ਰਿਹਾ ਸਾਂ। ਆਪਣੀ ਬੇਅਕਲੀ ਤੇ ਵੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਇਨਸਾਨ ਦਾ ਜਦੋਂ ਕਿਸੇ ਹੋਰ ਤੇ ਵੱਸ ਨਹੀਂ ਚੱਲਦਾ ਤੇ ਉਹ ਆਪਣਾ ਗੁੱਸਾ ਆਪਣੀ ਜ਼ਾਤ ਤੇ ਨਾ ਲਾਵੇ ਤੇ ਕੀ ਕਰੇ। ਮੈਂ ਵੀ ਅੰਦਰੋਂ ਅੰਦਰੀ ਮਾਤਮ ਕਰ ਰਿਹਾ ਸਾਂ। ਖੂਨ ਦੇ ਅਥਰੂ ਵਰਦੇ ਜਾ ਰਹੇ ਸਨ ਜਿਹੜੇ ਮੈਨੂੰ ਦਿਸ ਰਹੇ ਸਨ। ਮੇਰਾ ਮੁੱਖ ਇੱਕ ਝੱਟ ਵਿੱਚ ਬੁੱਝੇ ਦੀਵੇ ਵਰਗਾ ਹੋ ਗਿਆ। ਮੇਰੀਆਂ ਸੋਚਾਂ ਮੈਨੂੰ ਪਿੱਟ ਰਹੀਆਂ ਸਨ। ਮੇਰਾ ਸੀਨਾ ਸੂਆ ਲਾਲ ਹੋ ਗਿਆ। ਇੱਕ ਪ੍ਰੋਡਿਊਸਰ ਹੋਣ ਪਾਰੋਂ ਸਾਡਾ ਰੋਜ਼ ਨਿਤ ਨਵੀਆਂ ਜ਼ਨਾਨੀਆਂ ਨਾਲ
ਵਾਸਤਾ ਰਹਿਣਾ ਆਮ ਗੱਲ ਏ, ਪਰ ਮੈਂ ਕਦੀ ਯਾਰੀ ਵਿੱਚ ਅੱਗੇ ਵਧਣ ਦਾ ਆਰ ਨਹੀਂ ਕੀਤਾ। ਕਦੇ ਕਿਸੇ ਨਾਲ ਹੱਥ ਨਹੀਂ ਮਿਲਾਇਆ। ਜਿਨ੍ਹਾਂ ਔਰਤਾਂ ਦੀ ਇੱਜ਼ਤ ਕਰਨਾ ਵਾ ਉਹਨਾਂ ਨੂੰ ਮੱਥੇ ਤੇ ਹੱਥ ਰੱਖ ਕੇ ਸਲਾਮ ਕਰਨਾ। ਮੇਰੀ ਮੁਹੱਬਤ ਇੱਜ਼ਤ ਤੇ ਆਦਰ ਦੇ ਦਾਇਰੇ ਵਿੱਚ ਰਹਿੰਦੀ ਏ। ਮੇਰੀ ਮੁਹੱਬਤ ਇੱਜ਼ਤ ਤੇ ਆਦਰ ਦੇ ਦਾਇਰੇ ਵਿੱਚ ਰਹਿੰਦੀ ਏ। ਹੋਰੇ ਮੈਂ ਕਿਸ ਖਿਆਲ ਵਿੱਚ ਉਹਦੇ ਵੱਲ ਹੱਥ ਵਧਾਇਆ ਸੀ ਤੇ ਉਹਨੇ ਨਾ ਫੜਿਆ। ਨਜ਼ਰਅੰਦਾਜ਼ ਕਰਕੇ ਟੁਰ ਗਈ। ਲਾ ਤਾਲੁਕੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਇਹ ਉਹੀ ਨਿਮਰਨ ਸੀ ਜਿਹਨੂੰ ਮੈਂ ਟੀਵੀ ਤੇ ਚਾਂਸ ਦਿੱਤਾ ਸੀ। ਆਮ ਜਿਹੀ ਸ਼ਕਲ ਵਾਲੀ ਸੂਰਤ ਵਾਲੀ ਕੁੜੀ, ਆਮ ਜਿਹੀ ਸ਼ਕਲ ਸੂਰਤ ਵਾਲੀ ਕੁੜੀ ਨੂੰ ਨਾ ਸਿਰਫ ਆਪਣੇ ਡਰਾਮੇ ਵਿੱਚ ਰੱਖਿਆ, ਸਗੋਂ ਕਈ ਨਾਲ ਦੇ ਪ੍ਰੋਡਿਊਸਰਾਂ ਨੂੰ ਆਖ ਕੇ ਕੁਝ ਪ੍ਰੋਗਰਾਮਾਂ ਵਿੱਚ ਵੀ ਉਹਦੀ ਐਂਟਰੀ ਕਰਾਈ। ਉਹ ਸਾਰਾ ਦਿਨ ਮੇਰੇ ਕਮਰੇ ਵਿੱਚ ਬੈਠੀ ਰਹਿੰਦੀ ਸੀ। ਨਵੀਂ ਪੜ੍ਹਾਈ ਤੋਂ ਫਾਰਗ ਹੋਈ ਸੀ। ਉੱਕਾ ਵੇਲੀ, ਕੋਈ ਪੁੱਛਣ ਗਿੱਛਣ ਵਾਲਾ ਵੀ ਨਹੀਂ ਸੀ। ਦੁਪਹਿਰੀ ਮੇਰੇ ਆਉਣ ਤੋਂ ਪਹਿਲਾਂ ਬੈਠੀ ਹੁੰਦੀ ਤੇ ਸ਼ਾਮ ਢਲੇ ਜਾਂਦੀ। ਮੈਨੂੰ ਵੀ ਤਾਂ ਚੰਗੀ ਲੱਗਦੀ ਸੀ ਕਿ ਬੜੀ ਮਲਾਪੜੀ ਸੀ। ਮੈਨੂੰ ਵੀ ਤਾਂ ਹੀ ਚੰਗੀ ਲੱਗਦੀ ਸੀ ਕਿ ਬੜੀ ਮਲਾਪੜੀ ਸੀ। ਮਿੱਠੀਆਂ ਗੱਲਾਂ ਕਰਕੇ ਮੇਰਾ ਆਪੋ ਨਾਲ ਰੁੱਸਿਆ ਮਨ ਪਰਚਾਉਂਦੀ ਮੇਰੇ ਬਹੁਤੇ ਹੀ ਨੇੜੇ ਹੋ ਗਈ। ਇੱਧਰ ਉੱਧਰ ਦੀਆਂ ਕਰਦਿਆਂ ਹੌਲੀ ਉਹ ਆਪਣੇ ਦੁੱਖ ਸੁੱਖ ਮੇਰੇ ਨਾਲ ਵੰਡਣ ਲੱਗ ਪਈ। ਮੈਂ ਤੇ ਪਹਿਲੋਂ ਹੀ ਆਪਣੀ ਮੁਹੱਬਤ ਤੇ ਜੀਵਨ ਸਾਥੀ ਦੀ ਬੇਵਫਾਈ ਦਾ ਦੱਸਿਆ ਇੱਕ ਲਾਪੇ ਦਾ ਮਾਰਿਆ ਹੋਇਆ ਸਾਂ। ਸਾਡੀ ਚੰਗੀ ਜੋੜੀ ਬਣ ਗਈ। ਦੋ ਇਕੱਲੇ ਰਲ ਗਏ। ਮੇਰੇ ਦਿਲ ਨੂੰ ਕਿਸੇ ਨਰਮ ਲਹਿਜੇ ਦਾ ਮਰਮ ਚਾਹੀਦਾ ਸੀ। ਉਹ ਲੱਭਿਆ ਤੇ ਜਾਗ ਪਿਆ, ਧੜਕਣ ਲੱਗ ਪਿਆ। ਨੇੜਤਾ ਦੋਸਤੀ ਵਿੱਚ ਬਦਲਦੀ ਏ ਤੇ ਦੋਸਤੀ ਮੁਹੱਬਤ ਵਿੱਚ। ਜਦੋਂ ਕੋਈ ਕਿਸੇ ਕੱਲੇ ਤੇ ਟੁੱਟੇ ਬੰਦੇ ਦੇ ਦਿਲ ਦਾ ਬੂਹਾ ਖੋਲ੍ਹ ਲਵੇ ਤੇ ਅਗਲਾ ਉਹਦੀ ਝੋਲੀ ਵਿੱਚ ਡਿੱਗ ਪੈਂਦਾ ਹੈ। ਜਦੋਂ ਕੋਈ ਕਿਸੇ ਕੱਲੇ ਤੇ ਟੁੱਟੇ ਬੰਦੇ ਦੇ ਦਿਲ ਦਾ ਬੂਹਾ ਖੋਲ੍ਹ ਲਵੇ ਤੇ ਅਗਲਾ ਉਹਦੀ ਝੋਲੀ ਵਿੱਚ ਡਿੱਗ ਪੈਂਦਾ ਹੈ। ਮੈਂ ਵੀ ਡਿੱਗ ਪਿਆ। ਉਹ ਚੰਗੀ ਲੱਗਣ ਲੱਗ ਪਈ, ਸੋਹਣੀ ਲੱਗਣ ਲੱਗ ਪਈ। ਮੈਂ ਸ਼ਾਇਰ ਸਾਂ। ਉਸਨ ਤੇ ਆਪ ਉਹਦੇ ਅੰਗਾਂ ਵਿੱਚ ਰਲਾਇਆ ਤੇ ਉਹਨੂੰ ਸੋਹਣਾ ਬਣਾ ਦਿੱਤਾ। ਸਾਡੇ ਵਿਚਕਾਰ ਕੋਈ ਤਾਲੁਕ ਬਣਦਾ ਜਾ ਰਿਹਾ ਸੀ, ਕੋਈ ਰਿਸ਼ਤਾ ਉਸਰ ਰਿਹਾ ਸੀ। ਇੱਕ ਹੀ ਰਾਏ ਤੇ ਨਾਲ ਟੁਰਦੇ ਮੈਨੂੰ ਜਾਪਿਆ ਕਿ ਉਹਦੇ ਨਾਲ ਮੇਰੀ ਗੂੜੀ ਸਾਂਝ ਏ, ਹੋਰੇ ਕਿਸੇ ਹੋਰ ਜਨਮ ਦੀ। ਮੇਰਾ ਪਹਿਲਾ ਪ੍ਰੇਮ ਜ਼ਾਹਿਰੀ ਹੁਸਨ ਤਿਕਰ ਹੀ ਸੀ ਤੇ ਹੁਣ ਦਿਲ ਤੇ ਰੂਹ ਤਿਕਰ ਡੂੰਘਾ ਤੇ ਸੱਚਾ। ਜਦੋਂ ਅਸੀਂ ਇਕੱਲੇ ਹੁੰਨੇ ਆ, ਮਾਇਆ ਲੱਗੇ ਕੱਪੜੇ ਵਾਂਗ ਆਕੜੇ ਰਹਿੰਦੇ ਆ। ਹਰ ਵੇਲੇ ਚੁੱਪ ਵੱਟੀ ਰੱਖਨੇ ਆ ਤਾਂ ਜੇ ਕੋਈ ਸਾਡੇ ਅੰਦਰ ਦੇ ਦਰਦ ਨਾ ਪੜ ਲਵੇ। ਪਰ ਜਦੋਂ ਸਾਨੂੰ ਖਬਰ ਹੁੰਦੀ ਏ ਕਿ ਅਸੀਂ ਕਿਸੇ ਹੋਰ ਦੇ ਆ, ਫਿਰ ਆਪਣੀ ਜ਼ਾਤ ਦੀ ਫੂੰ-ਫਾਂ ਤੇ ਆਕੜ ਗਾਇਬ ਹੋ ਜਾਂਦੀ ਏ। ਚਾਹਤ ਦੀ ਕਿਨ-ਮਿਨ ਵਿੱਚ ਹਸਤੀ ਢਲ ਜਾਂਦੀ ਏ। ਸਦਰਾਂ ਦੀਆਂ ਨਵੀਆਂ ਸ਼ਾਖਾਂ ਪੁੰਗਰਨ ਲੱਗ ਪੈਂਦੀਆਂ ਨੇ। ਪਿਆਰ ਦੇ ਫੁੱਲ ਖਿੜ ਪੈਂਦੇ ਨੇ ਤੇ ਸਾਡਾ ਵਜੂਦ ਨਵਾਂ ਨਕੋਰ ਹੋ ਜਾਂਦਾ ਏ। ਮੈਂ 45 ਵਰ੍ਹਿਆਂ ਦਾ ਪਕਰੋੜ ਬੰਦਾ ਜਿਹਦੇ ਬੱਚੇ ਜਵਾਨੀ ਦੀਆਂ ਹੱਦਾਂ ਵੱਲ ਵਧ ਰਹੇ ਸਨ। ਉਹ ਮੇਰੇ ਨਾਲੋਂ 17-18 ਵਰ੍ਹੇ ਨਿੱਕੀ ਹੋਣੀ। ਦਿਨ ਦਾ ਬਹੁਤਾ ਹਿੱਸਾ ਮੇਰੇ ਨਾਲ ਗੁਜ਼ਾਰ ਕੇ ਵੀ ਰਾਤ ਦੇਰ ਤਿੱਕਰ ਫੋਨ ਤੇ ਗੱਲਾਂ ਕਰਦੀ ਰਹਿੰਦੀ। ਮੈਂ ਹਲੇ ਸੋਚ ਹੀ ਰਿਹਾ ਸਾਂ ਕਿ ਉਹਨੂੰ ਨਿਕਾਹ ਬਾਰੇ ਆਖਾਂ, ਕਿਉਂ ਜੇ ਹੁਣ ਉਹਦੇ ਬਾਝ ਰਹਿਣਾ ਔਖਾ ਹੋ ਰਿਹਾ ਸੀ। ਮੈਂ ਤੇ ਘਰ ਦੀ ਸਜਾਵਟ ਵੀ ਉਹਦੀ ਪਸੰਦ ਵਾਂਗ ਕਰਦਾ ਜਾ ਰਿਹਾ ਸਾਂ। ਪੇਂਟ ਕਰਾਉਣ ਲੱਗਾ ਤੇ ਰੰਗ ਉਹਨੇ ਦੱਸਿਆ, ਨਵਾਂ ਫਰਨੀਚਰ ਲੈਣ ਲੱਗਾ ਤੇ ਪਸੰਦ ਉਹਨੇ ਕੀਤਾ। ਪਰ ਇੱਕ ਦਿਨ ਉਹ ਸੁੱਜੀਆਂ ਅੱਖਾਂ ਤੇ ਥੱਕਿਆਂ ਕਦਮਾਂ ਨਾਲ ਕਮਰੇ ਵਿੱਚ ਵੜੀ ਤੇ ਮੈਂ ਉਹਨੂੰ ਵੇਖ ਕੇ ਡਰ ਗਿਆ। ਪੁੱਛਿਆ, ਰੱਬ ਖੈਰ ਕਰੇ, ਕੀ ਹੋਇਆ? ਆਖਣ ਲੱਗੀ, ਮੈਂ ਬਹੁਤ ਦੁਖੀ ਹਾਂ। ਮੇਰਾ ਮਸਲਾ ਬਹੁਤ ਉਲਝ ਗਿਆ ਏ। ਤੁਸੀਂ ਮੇਰੇ ਖੈਰ ਖਾਓ, ਮੈਨੂੰ ਕੋਈ ਹੱਲ ਦੱਸੋ। ਮੈਂ ਝਟ ਸੇਵਾ ਲਈ ਤਿਆਰ ਹੋ ਗਿਆ ਤੇ ਆਖਿਆ, ਆਹੋ ਦੱਸ ਤੇ ਸਹੀ। ਮੈਨੂੰ ਇੱਕ ਮੁੰਡੇ ਨਾਲ ਮੁਹੱਬਤ ਹੈ, ਪਰ ਮੇਰੇ ਮਾਂ-ਪਿਓ ਨਹੀਂ ਮੰਨਦੇ। ਹੁਣ ਮੈਂ ਕੀ ਕਰਾਂ? ਮੇਰੀ ਤੇ ਜੀਭ ਵੀ ਦੰਦਾਂ ਵਿਚਕਾਰ ਆ ਕੇ ਚਿੱਥੀ ਗਈ। ਕੁਝ ਬੋਲ ਹੀ ਨਾ ਸਕਿਆ। ਜੀ ਕਰੇ ਹੱਥ ਫੜ ਕੇ ਬੂਹੋਂ ਬਾਹਰ ਧੱਕਾ ਦੇ ਦੇਵਾਂ, ਪਰ ਬਿਟ-ਬਿਟ ਤੱਕਦਾ ਰਿਹਾ।
ਕੁਝ ਚਿਰ ਮਗਰੋਂ ਫੇਰ ਬੋਲੀ, ਜੇ ਮੇਰੇ ਮਾਪੇ ਨਾ ਮੰਨੇ ਤੇ ਉਹਦੇ ਮਾਪਿਓ ਉਹਦੀ ਸ਼ਾਦੀ ਕਿਸੇ ਹੋਰ ਕੁੜੀ ਨਾਲ ਕਰ ਦੇਣਗੇ। ਮੈਂ ਉਹਦੇ ਬਾਝ ਨਹੀਂ ਰਹਿ ਸਕਦੀ। ਉਹ ਸੱਚਮੁੱਚ ਰੋਣ ਲੱਗ ਪਈ। ਮੈਂ ਹੱਕਾ ਬੱਕਾ ਰਹਿ ਗਿਆ। ਰੋਣਾ ਪਿਟਣਾ ਤੇ ਮੈਂ ਸੀ, ਉਹ ਕਿਉਂ ਰੋਣ ਲੱਗੀ ਏ? ਪਰ ਰੋਵਣ ਦੀ ਥਾਂ ਇਹ ਖਬਰ ਸੁਣ ਕੇ ਮੇਰੇ ਤਨ ਬਦਨ ਵਿੱਚ ਅੱਗ ਲੱਗ ਗਈ। ਉਹਨੇ ਮੈਨੂੰ ਕਦੀ ਪਹਿਲੇ ਉਹਦੇ ਬਾਰੇ ਦੱਸਿਆ ਹੀ ਨਹੀਂ ਸੀ, ਵਰਨਾ ਮੈਂ ਅੱਗੇ ਕਦਮ ਹੀ ਨਾ ਪਟਦਾ। ਮੈਨੂੰ ਵਿਆਹ ਦੀ ਕਿਹੜੀ ਘਾਟ ਸੀ? ਕਿੰਨੀਆਂ ਜਵਾਨ ਕੁੜੀਆਂ ਤੇ ਇੱਕ ਪ੍ਰੋਡਿਊਸਰ ਵੀ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਥੋੜੀ ਉਮਰੋਂ ਢਲ ਰਹੀ ਸੀ, 40 ਸਾਲ ਦੀ ਹੋਣੀ ਹੈ। ਮੈਂ ਖਾਂਦਾ ਪੀਂਦਾ, ਚੰਗੇ ਖਾਨਦਾਨ ਦਾ ਜੀ, ਵੱਡੀ ਗੱਡੀ, ਘਰ, ਸਭ ਕੁਝ ਮੇਰੇ ਕੋਲ ਸੀ। ਵੱਡੇ ਘਰ ਵਿੱਚ ਰਹਿੰਦਾ ਸਾਂ। ਬਸ 2 ਬੱਚੇ ਸਨ ਜਿਹੜੇ ਮੇਰੇ ਤੇ ਉੱਕਾ ਬੋਝ ਨਹੀਂ ਸਨ। ਧੀ ਮੇਰੀ ਪਹਿਲੀ ਵੋਟੀ ਕੋਲ ਅਮਰੀਕਾ ਸੀ ਤੇ ਪੁੱਤਰ ਮੇਰੇ ਕੋਲ। ਪਰ ਹੁਣ ਤੇ ਉਹ ਵੀ ਮੁਲਕੋਂ ਬਾਹਰ ਪੜਨ ਟੁਰ ਗਿਆ ਸੀ। ਚੈਨ ਚੱਕ ਇੰਨਾ ਵੱਡਾ ਧਮਾਕਾ ਕਰਨ ਦੀ ਕੀ ਲੋੜ ਸੀ? ਮੇਰੇ ਨਾਲ ਦੋਸਤੀ ਦੀ ਰਾਹ ਤੇ ਅੱਗੇ ਵਧਣ ਦੀ ਕੀ ਲੋੜ ਸੀ? ਕਿਹਦੇ ਕੋਲੋਂ ਪੁੱਛਦਾ? ਕੌਣ ਨਿਆਂ ਕਰੇ ਮੇਰੇ ਅਹਿਸਾਸ ਦੇ ਕਤਲ ਹੋਣ ਦਾ? ਇਹ ਕੀ ਹੋਇਆ? ਪਹਿਲੇ ਬੰਦੇ ਨੂੰ ਪਿੱਛੇ ਲਾਇਆ, ਫਿਰ ਰਾਹ ਬਦਲ ਲਿਆ। ਉਹਨੂੰ ਖਬਰ ਹੋਣੀ ਚਾਹੀਦੀ ਸੀ ਕਿ ਮੇਰਾ ਦਿਲ ਕੀ ਸੋਚਣ ਲੱਗ ਪਿਆ ਹੈ। ਆਪ ਹੀ ਤੇ ਮੈਨੂੰ ਇਸ ਪੈਂਡੇ ਪਾਇਆ ਸੀ ਉਹਨੇ। ਫਿਰ ਚੈਨ ਚੱਕ ਇੱਕ ਹੋਰ ਕਿਰਦਾਰ ਸਾਹਮਣੇ ਆ ਗਿਆ। ਇੰਜ ਤੇ ਡਰਾਮਿਆਂ ਵਿੱਚ ਵੀ ਨਹੀਂ ਹੁੰਦਾ। ਮੈਂ ਤੇ ਪਾਗਲ ਹੋਣ ਵਾਲਾ ਹੋ ਗਿਆ ਸਾਂ। ਇਹ ਗੱਲ ਜੀ ਉਹ ਮੈਨੂੰ ਆਰਾਮ ਨਾਲ ਦੱਸਦੀ ਤੇ ਹੋਰੇ ਮੈਂ ਐਨਾ ਨਾ ਭੜਕਦਾ। ਮੈਂ ਉਹਨੂੰ ਆਖਿਆ ਕਿ ਤੇਰੇ ਇਸ ਕਿਰਦਾਰ ਦੀ ਐਂਟਰੀ ਦੀ ਮੈਨੂੰ ਸਮਝ ਨਹੀਂ ਆ ਰਹੀ। ਨਾ ਕਦੀ ਤੂੰ ਉਹਦਾ ਜ਼ਿਕਰ ਕੀਤਾ, ਨਾ ਗੱਲਬਾਤ। ਇੱਕਦਮ ਕਿੱਥੋਂ ਮੈਂ ਯਾਰ ਕੱਢ ਲਿਆਈ ਏ। ਆਖਣ ਲੱਗੀ, ਸਾਡਾ ਬੜੇ ਚਿਰ ਦਾ ਤਾਲੁਕ ਏ, ਪਰ ਇੱਕ ਵੇਲਾ ਆਇਆ ਜਦੋਂ ਉਹ ਮੁਲਕੋਂ ਬਾਹਰ ਟੁਰ ਗਿਆ ਤੇ ਉੱਥੇ ਉਹਦੀ ਮੰਗਣੀ ਵੀ ਹੋ ਗਈ, ਤਾਂ ਤੁਹਾਡੇ ਸਾਥ ਮੈਨੂੰ ਬੜਾ ਸਹਾਰਾ ਦਿੱਤਾ। ਹੁਣ ਕੀ ਹੋਇਆ? ਮੈਂ ਚਿੜ ਕੇ ਆਖਿਆ। ਹੁਣ ਉਸ ਕੁੜੀ ਨੇ ਇਨਕਾਰ ਕਰ ਦਿੱਤਾ ਤੇ ਇਹਨੂੰ ਵੀ ਕੱਢ ਦਿੱਤਾ ਉੱਥੋਂ। ਇਹਦੇ ਦਿਲ ਵਿੱਚ ਮੇਰਾ ਖਿਆਲ ਸੀ, ਤਾਂ ਹੀ ਤੇ ਇਸ ਆਉਂਦਿਆਂ ਹੀ ਮੈਨੂੰ ਫੋਨ ਕੀਤਾ। ਸੱਚੀ ਗੱਲ ਏ, ਮੈਂ ਸਭ ਭੁੱਲ ਗਈ ਤੇ ਮੈਨੂੰ ਲੱਗਾ ਜਿਵੇਂ ਸਾਡੇ ਵਿਚਕਾਰ ਝਟ ਘੜੀ ਦਾ ਵਕਫਾ ਆਇਆ ਤੇ ਫਿਰ ਸਭ ਕੁਝ ਉਂਝ ਹੀ ਹੋ ਗਿਆ। ਮੈਂ ਤੇ ਉਹਦੇ ਨਾਲ ਕੋਈ ਗਿਲਾ ਵੀ ਨਾ ਕੀਤਾ। ਵਲਾ ਮੁਹੱਬਤ 'ਚ ਪਰਾਈਆਂ ਗੱਲਾਂ ਯਾਦ ਕਰਨ ਦਾ ਕੀ ਫਾਇਦਾ? ਆਹੋ, ਮੈਂ ਮਰੀ ਆਵਾਜ਼ ਵਿੱਚ ਆਖਿਆ। ਲੱਗਦਾ ਸੀ ਮੇਰੇ ਨਾਲ ਰਹਿ ਰਹਿ ਕੇ ਡਰਾਮੇ ਦਾ ਪਲਾਟ ਚੰਗਾ ਸਿੱਖ ਗਈ ਹੈ। ਫਿਰ ਮੈਨੂੰ ਯਾਦ ਆਇਆ, ਪਿਛਲੇ ਕੁਝ ਦਿਨਾਂ ਤੋਂ ਉਹਦਾ ਵਿਹਾਰ ਬਦਲਿਆ ਹੋਇਆ ਸੀ। ਉਹਦੀ ਲਿਸ਼ਕ ਪਸ਼ਕ ਵੀ ਵੱਧ ਗਈ ਸੀ ਤੇ ਉਹ ਮੈਨੂੰ ਹੁਣ ਦਿਸ ਰਿਹਾ ਸੀ ਤੇ ਮੈਂ ਉਹਦੀ ਸਜਾਵਟ ਨੂੰ ਹੋਰ ਅੱਖ ਨਾਲ ਵੇਖਦਾ ਰਿਹਾ। ਮੈਂ ਸੋਚਿਆ ਇਹ ਸਭ ਮੇਰੇ ਲਈ ਏ। ਅਗਲੇ ਦਿਨ ਉਹ ਉਹਨੂੰ ਨਾਲ ਲੈ ਕੇ ਆ ਗਈ। ਮੇਰੇ ਨਾਲ ਦੇ ਪ੍ਰੋਡਿਊਸਰ ਜੋੜੀ ਨੂੰ ਵੇਖ ਕੇ ਮੈਨੂੰ ਅੱਖਾਂ 'ਚ ਚੜਾਉਣ ਲੱਗ ਪਏ। ਇਸ ਲਈ ਮੈਂ ਛੇਤੀ ਕਿਸੇ ਕੰਮ ਦਾ ਬਹਾਨਾ ਕਰਕੇ ਉਠਾਇਆ। ਉਹ ਟੁਰ ਗਈ ਤੇ ਉਸੇ ਸ਼ਾਮੀ ਮੈਂ ਫੋਨ ਕਰਕੇ ਨਿਮਰਨ ਨੂੰ ਕਦੀ ਮੁੜ ਮੇਰੇ ਵੱਲ ਨਾ ਆਉਣ ਦੀ ਧਮਕੀ ਦੇ ਦਿੱਤੀ। ਹਾਲਾਂ ਹੁਣ ਕੁਝ ਨਹੀਂ ਰਿਹਾ ਸੀ, ਫੇਰ ਵੀ ਮੈਂ ਉਹਨੂੰ ਸਭ ਦੱਸ ਦਿੱਤਾ ਤੇ ਬੇਵਫਾਈ ਨਾਲੇ ਚਲਾਕੀ ਦੇ ਮਿਹਣੇ ਵੀ ਮਾਰ ਦਿੱਤੇ ਤੇ ਅਖੀਰ ਵਿੱਚ ਬਦਦੁਆ ਵੀ ਦੇ ਦਿੱਤੀ। ਵੇਲਾ ਲੰਘ ਜਾਂਦਾ ਪਰ ਜ਼ਖਮ ਦੇ ਜਾਂਦਾ। ਅੰਬਰੀਨ ਮੇਰੀ ਨਾਲ ਦੀ ਪ੍ਰੋਡਿਊਸਰ ਨੇ ਵੀ ਇੱਕ ਹੋਰ ਪ੍ਰੋਡਿਊਸਰ ਨਾਲ ਸ਼ਾਦੀ ਕਰ ਲਈ ਤੇ ਹਯਾਤੀ ਅੱਗੇ ਟੁਰ ਪਈ। ਮੈਂ ਕੱਲਮ ਕੱਲਾ ਪਛਤਾਵੇ ਤੇ ਬੇਵਫਾਈਆਂ ਦਾ ਡੰਗਿਆ ਟੁਰਦਾ ਰਿਹਾ। 6 ਮਹੀਨਿਆਂ ਮਗਰੋਂ ਫੇਰ ਨਿਮਰਨ ਦਾ ਫੋਨ ਆਇਆ। ਰੋਣ ਲੱਗ ਪਈ। ਆਸ਼ਰ ਦਾ ਵਿਆਹ ਕਿਸੇ ਵੱਡੇ ਘਰ ਹੋ ਰਿਹਾ ਸੀ। ਮੈਨੂੰ ਇਸ ਕੁੜੀ ਦੀ ਸਮਝ ਨਾ ਆਈ। ਖੌਰੇ ਆਸ਼ਰ ਇਹਨੂੰ ਚਾਹੁੰਦਾ ਵੀ ਨਾ ਹੋਵੇ। ਜਦੋਂ ਮੇਰੇ ਦਫ਼ਤਰ ਆਇਆ ਤਾਂ ਵੀ ਉਸ ਬਸ ਦੋਸਤ ਆ ਕੇ ਤਾਰਫ ਕਰਵਾਇਆ। ਮੈਨੂੰ ਤੇ ਉਹਦੇ ਕੋਈ ਸ਼ਾਦੀ ਵਾਲੇ ਲੱਛਣ ਨਹੀਂ ਲੱਗੇ ਸਨ। ਫਿਰ ਮੈਨੂੰ ਫੋਨ ਕਰਨ ਲੱਗ ਪਈ। ਮੈਂ ਬੰਦ ਕਰ ਦਿੰਦਾ, ਉਹ ਫੇਰ ਆਉਣ ਲੱਗ ਪਈ। ਮੈਂ ਦਿਲ ਨੂੰ ਲੱਖ ਸਮਝਾਇਆ ਉਹਦੇ ਤੋਂ ਦੂਰ ਰਵਾਂ, ਪਰ ਨਾ ਰਹਿ ਸਕਿਆ ਤੇ ਇੱਕ ਦਿਨ ਫੇਰ ਉਹ ਬਿਨਾਂ ਦੱਸੇ ਗਾਇਬ ਹੋ ਗਈ। ਅੱਜ ਮਿਲੀ ਵੀ ਤੇ ਕਿਸ ਹਾਲ ਵਿੱਚ। ਹੋਰੇ ਇੱਥੇ
ਕਿੱਧਰ ਖਵਾਰ ਹੋ ਰਹੀ ਏ। ਖੌਰੇ ਮੈਂ ਲਾਹੌਰ ਆਪਣਾ ਤੇ ਫੇਰ ਮੇਰੇ ਦਫ਼ਤਰ ਦੇ ਬੂਹੇ ਆ ਖਲੋਵੇ। ਉਹ ਟੈਕਸੀ ਦੀ ਉਡੀਕ ਵਿੱਚ ਖਲੋਤੀ ਸੀ। ਐਨੇ ਚਿਰ ਵਿੱਚ ਮੈਨੂੰ ਇੱਕ ਵੱਡੀ ਸਰਕਾਰੀ ਗੱਡੀ ਲੈਣ ਅੱਪੜ ਗਈ। ਟੀਵੀ ਦੀ ਗੱਡੀ ਵੇਖ ਕੇ ਉਹਦੀਆਂ ਅੱਖਾਂ ਲਿਸ਼ਕਣ ਲੱਗ ਪਈਆਂ, ਪਰ ਮੈਂ ਉਹਦੇ ਵੱਲੋਂ ਵੇਖੇ ਬਗੈਰ ਉਹਦੇ ਕੋਲੋਂ ਲੰਘਦਿਆਂ ਮੋਬਾਈਲ 'ਤੇ ਮੈਸੇਜ ਪੜ੍ਹਦਾ ਰਿਹਾ ਤੇ ਗੱਡੀ ਵਿੱਚ ਬਹਿ ਗਿਆ। ਗੱਡੀ ਟੁਰ ਪਈ। ਚੈਨ ਚੱਕ ਡਰਾਈਵਰ ਨੇ ਗੱਡੀ ਰੋਕ ਲਈ। ਮੈਂ ਹੈਰਾਨ ਹੋ ਕੇ ਪੁੱਛਿਆ, ਕੀ ਹੋਇਆ? ਉਹ ਜ਼ਨਾਨੀ ਇਸ਼ਾਰਾ ਕਰ ਰਹੀ ਏ। ਉਹ ਸ਼ੀਸ਼ੇ ਵਿੱਚ ਪਿੱਛੇ ਵੇਖਦਾ ਆਖਣ ਲੱਗਾ। ਐਨੇ ਚਿਰ ਵਿੱਚ ਉਸ ਗੱਡੀ ਵੀ ਰਿਵਰਸ ਕਰ ਲਈ ਸੀ ਤੇ ਉਹਦੇ ਕੋਲ ਅੱਪੜ ਗਿਆ ਸੀ। ਨਿਮਰਨ ਦਾ ਹੱਥ ਗੱਡੀ ਦੇ ਬੂਹੇ ਦੇ ਹੈਂਡਲ 'ਤੇ ਸੀ। ਮੈਂ ਲਾਤਾਲਕੀ ਨਾਲ ਉਹਦੇ ਵੱਲ ਵੇਖਿਆ ਤੇ ਡਰਾਈਵਰ ਨੂੰ ਛੇਤੀ ਨਾਲ ਗੱਡੀ ਕੱਢਣ ਦਾ ਆਖ ਕੇ ਸੀਟ ਨਾਲ ਟੇਕ ਲਾ ਲਈ।